कोविड-19 ਦੀ ਤੀਜੀ ਲਹਿਰ ਦੇ ਮੱਦੇਨਜ਼ਰ ਓਨਟਾਰੀਓ ਵਿੱਚ ਇੱਕ ਵਾਰ ਫਿਰ ਹੋਇਆ ਲਾਕਡਾਊਨ। ਯੂਰਪੀਅਨ ਯੂਨੀਅਨ ਵਾਂਗ G7 ਮੁਲਕਾਂ ਵਿੱਚ ਜਾਰੀ ਹੋ ਸਕਦਾ ਹੈ ਕੋਵਿਡ-19 ਵੈਕਸੀਨ ਪਾਸਪੋਰਟ। ਕੈਨੇਡਾ ਵੱਲੋਂ ਚਰਚਾ ਜਾਰੀ। ਤੇ ਪਾਕਿਸਤਾਨ ਨੇ ਰੱਖੀ ਸ਼ਰਤ, ਭਾਰਤ ਸਰਕਾਰ ਕਸ਼ਮੀਰ ਵਿੱਚ ਮੁੜ ਲਾਏ ਧਾਰਾ 370, ਨਹੀਂ ਤਾਂ ਨਹੀਂ ਹੋਵੇਗਾ ਵਪਾਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰਸਾਰ ਹਫਤਾਵਾਰ। ਮੈਂ ਅਮਰਿੰਦਰ ਕਰੇਵਾਲ। ਕੈਨੇਡਾ ਵਿੱਚ ਕੋਰੋਨਾ ਵਾਇਰਸ ਦੀ ਕਈ ਸੂਬਿਆਂ ਵਿੱਚ ਤੀਜੀ ਲਹਿਰ ਦੇ ਹਾਲਾਤ ਬਣੇ ਹੋਏ ਨੇ। ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਰੋਜ਼ਾਨਾ 600 ਤੋਂ 800 ਵਿਚਾਲੇ ਕੇਸਿਸ ਦਰਜ ਕਰਾ ਰਹੇ ਨੇ, ਇੱਕ ਦੂਜੇ ਨੂੰ ਮੁਕਾਬਲਾ ਦੇ ਰਹੇ ਨੇ। ਇਨ੍ਹਾਂ ਮਾਮਲਿਆਂ ਵਿੱਚ ਰੋਜ਼ਾਨਾ UK ਵਿੱਚ ਪਾਏ ਗਏ ਵੇਰੀਐਂਟ ਦੇ 200 ਤੋਂ ਜ਼ਿਆਦਾ ਮਾਮਲੇ ਦਰਜ ਹੋ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕੋਵਿਡ-19 ਹੈਲਥ ਗਾਈਡਲਾਈਨਸ ਵਿੱਚ ਦਿੱਤੀਆਂ ਢਿੱਲਾਂ ਵਾਪਸ ਲੈ ਲਈਆਂ ਨੇ, ਪਰ ਅਲਬਰਟਾ ਦੀ ਦਿਆਲੂ ਸਰਕਾਰ ਨੇ ਪਾਬੰਦੀਆਂ ਤਾਂ ਕੀ ਲਾਉਣੀਆਂ, ਸਗੋਂ ਪੁਲਿਸ ਦੀ ਮੌਜੂਦਗੀ ਵਿੱਚ ਹਰ ਐਤਵਾਰ ਐਡਮਿੰਟਨ ਦੇ ਇੱਕ ਚਰਚ ਵਿੱਚ ਹੋ ਰਹੀਆਂ ਸੰਡੇ ਸਰਵਿਸਿਜ਼ ਵਿੱਚ ਬਗੈਰ ਮਾਸਕ ਸ਼ਾਮਲ ਹੁੰਦੇ ਲੋਕਾਂ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਧਰ ਓਨਟਾਰੀਓ ਵਿੱਚ ਇੱਕ ਵਾਰ ਫਿਰ ਲਾਕਡਾਊਨ ਹੋ ਗਿਆ ਹੈ। ਸਕੂਲੀ ਬੱਚਿਆਂ ਵਿੱਚ ਇਨਫੈਕਸ਼ਨ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਨੇ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਇਸ ਲਾਕਡਾਊਨ ਅਤੇ 4 ਹਫ਼ਤਿਆਂ ਦੇ ਸਟੇ ਐਟ ਹੋਮ ਆਰਡਰ ਦੇ ਬਾਵਜੂਦ ਇਸ ਮਹੀਨੇ ਦੇ ਅੰਤ ਵਿੱਚ ਓਨਟਾਰੀਓ ਵਿੱਚ ICUs ਵਿੱਚ 800 ਤੋਂ ਵੱਧ ਵਿਅਕਤੀ ਭਰਤੀ ਚੱਲ ਰਹੇ ਹੋਣਗੇ। ਉਧਰ ਕਿਊਬੈਕ ਦੇ ਕੋਵਿਡ-19 ਹੌਟ ਸਪੌਟਸ ਮੰਨੇ ਜਾ ਰਹੇ ਸ਼ਹਿਰਾਂ ਵਿੱਚ 1 ਅਪ੍ਰੈਲ ਤੋਂ ਇੱਕ ਦਿਨ ਦੇ ਨੋਟਿਸ ਤੇ ਲਾਕਡਾਊਨ ਆਰਡਰ ਲਾਗੂ ਕਰ ਦਿੱਤਾ ਗਿਆ। ਰੈਸਟੋਰੈਂਟਸ ਨੂੰ ਆਪਣਾ ਸਮਾਨ ਸਮੇਟਣ ਲਈ 24 ਘੰਟੇ ਦਾ ਸਮਾਂ ਵੀ ਨਹੀਂ ਮਿਲਿਆ ਤੇ ਅਚਾਨਕ ਬੰਦ ਹੋ ਗਏ ਸਕੂਲਾਂ ਕਰਕੇ ਮਾਪਿਆਂ ਨੂੰ ਚਾਈਲਡ ਕੇਅਰ ਸਰਵਿਸਿਜ਼ ਲੱਭਣ ਦੀਆਂ ਭਾਜੜਾਂ ਪੈ ਗਈਆਂ। ਉਤੋਂ ਐਸਟਰਾਜ਼ੈਨੇਕਾ ਵੈਕਸੀਨ ਦੀ ਵਰਤੋਂ 55 ਸਾਲ ਤੋਂ ਘੱਟ ਉਮਰ ਦੇ ਕੈਨੇਡੀਅਨਸ ਵਾਸਤੇ ਬੰਦ ਕਰ ਦਿੱਤੀ ਗਈ ਹੈ। ਹਾਲਾਂਕਿ ਖੁਸ਼ਕਿਸਮਤੀ ਨਾਲ ਕੈਨੇਡਾ ਵਿੱਚ ਤਾਂ ਵੈਕਸੀਨ ਲਵਾਉਣ ਵਾਲੇ ਕਿਸੇ ਵੀ ਵਿਅਕਤੀ ਵਿੱਚ ਕਲੌਟ ਨਹੀਂ ਬਣਿਆ, ਪਰ ਯੂਰਪ ਵਿੱਚ 55 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਵਿੱਚ ਇਹ ਮਾਮਲੇ ਬਹੁਤੇ ਦਰਜ ਹੋਏ ਨੇ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕੋਵਿਡ-19 ਟੈਸਟ ਦਾ ਨੈਗੇਟਿਵ ਰਿਜ਼ਲਟ ਲੈ ਕੇ ਆ ਰਹੇ 30 ਇੰਟਰਨੈਸ਼ਨਲ ਟਰੈਵਲਰਸ ਨੂੰ ਪਿਛਲੇ 2 ਮਹੀਨਿਆਂ ਵਿੱਚ ਕਾਬੂ ਕੀਤਾ, ਕਿਉਂਕਿ ਇਹ ਟੈਸਟ ਰਿਜ਼ਲਟ ਜਾਲੀ ਸਨ। ਕੈਨੇਡਾ ਦੇ ਬਾਹਰੋਂ ਆ ਰਹੇ 5 ਸਾਲ ਤੋਂ ਵੱਧ ਉਮਰ ਦੇ ਹਰ ਇੰਟਰਨੈਸ਼ਨਲ ਟਰੈਵਲਰ ਵਾਸਤੇ ਕੋਵਿਡ-19 ਟੈਸਟ ਦਾ ਨੈਗੇਟਿਵ ਰਿਜ਼ਲਟ ਪ੍ਰੂਫ ਲਿਆਉਣਾ ਜ਼ਰੂਰੀ ਹੈ। ਜਾਲੀ ਰਿਪੋਰਟ ਲੈ ਕੇ ਆ ਰਹੇ 10 ਵਿਅਕਤੀ ਫਰਵਰੀ ਤੋਂ ਮਾਰਚ ਵਿਚਾਲੇ ਹਵਾਈ ਅੱਡਿਆਂ ਤੇ ਫੜੇ ਗਏ ਨੇ ਤੇ ਬਾਕੀ 20 ਨੂੰ ਲੈਂਡ ਪੋਰਟਸ ਆਫ ਐਂਟਰੀ ਤੇ ਫੜਿਆ ਗਿਆ। ਚੇਤੇ ਰਹੇ ਕਿ ਅਜਿਹਾ ਕਰਨ ਵਾਲਿਆਂ ਨੂੰ 6 ਮਹੀਨੇ ਦੀ ਜੇਲ੍ਹ ਹੋ ਸਕਦੀ ਹੈ ਤੇ $7,50,000 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਤੇ ਜੇ ਅਜਿਹੇ ਵਿਅਕਤੀ ਦੀ ਅਣਗਹਿਲੀ ਕਰਕੇ ਕੋਈ ਹੋਰ ਬਿਮਾਰ ਹੋ ਜਾਏ ਜਾਂ ਕਿਸੇ ਦੀ ਕੋਵਿਡ-19 ਕਰਕੇ ਮੌਤ ਹੋ ਜਾਏ ਤਾਂ ਜੇਲ੍ਹ 3 ਸਾਲ ਦੀ ਤੇ ਜੁਰਮਾਨਾ $1 ਮਿਲੀਅਨ ਦਾ ਹੋ ਸਕਦਾ ਹੈ ਜੇ ਕੋਈ ਕਰੇ ਤਾਂ। ਕੈਨੇਡਾ ਦੀ ਹੈਲਥ ਮਿਨਿਸਟਰ ਪੈਟੀ ਹਾਈਡੂ ਨੇ ਇਸ ਹਫ਼ਤੇ G7 ਮੁਲਕਾਂ US, UK, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਨਾਲ ਬੈਠਕ ਕੀਤੀ। ਇਨ੍ਹਾਂ ਮੁਲਕਾਂ ਵਿੱਚ ਕੋਵਿਡ-19 ਵੈਕਸੀਨ ਪਾਸਪੋਰਟ ਲਾਗੂ ਕੀਤੇ ਜਾਣ ਦੀ ਸੰਭਾਵਨਾ ਬਣ ਰਹੀ ਹੈ। ਅੱਜ ਚਰਚਾ ਚੱਲ ਰਹੀ ਹੈ, ਪਰ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਸਪਸ਼ਟ ਕਰ ਦਿੱਤਾ ਕਿ ਵੈਕਸੀਨ ਲੈ ਚੁੱਕੇ ਇਨ੍ਹਾਂ ਮੁਲਕਾਂ ਦੇ ਬਸ਼ਿੰਦਿਆਂ ਦੀ ਆਪਸ ਵਿੱਚ ਆਵਾਜਾਈ ਤੇ ਹੋਰਨਾਂ ਤੇ ਲੱਗੇ ਸਖਤ ਨਿਯਮਾਂ ਵਿੱਚ ਢਿੱਲ ਤਾਂ ਹੀ ਦਿੱਤੀ ਜਾਏਗੀ ਜੇ ਇਸ ਗੱਲ ਦਾ ਪੱਕਾ ਸਬੂਤ ਤੇ ਵਿਗਿਆਨਿਕ ਸਬੂਤ ਹੋਵੇ ਕਿ ਵੈਕਸੀਨ ਲੈ ਚੁੱਕੇ ਵਿਅਕਤੀਆਂ ਨੂੰ ਨਾ ਤਾਂ ਕੋਰੋਨਾ ਵਾਇਰਸ ਇਨਫੈਕਸ਼ਨ ਹੋ ਸਕਦੀ ਹੈ ਤੇ ਨਾ ਹੀ ਉਹ ਇਹ ਦੂਜਿਆਂ ਤੱਕ ਫੈਲਾ ਸਕਦੇ ਨੇ। ਕੈਨੇਡਾ ਨੂੰ ਇਹ ਤਰਕੀਬ ਦਰਅਸਲ ਯੂਰਪੀਅਨ ਯੂਨੀਅਨ ਵਿੱਚ ਚੱਲ ਰਹੀ ਡਿਜੀਟਲ ਗ੍ਰੀਨ ਸਰਟੀਫਿਕੇਟ ਦੀ ਗੱਲ ਤੋਂ ਆਈ ਹੈ। ਡਿਜੀਟਲ ਗ੍ਰੀਨ ਸਰਟੀਫਿਕੇਟ ਰੱਖਣ ਵਾਲੇ ਯੂਰਪੀਅਨ ਲੋਕਾਂ ਨੂੰ ਯੂਰਪੀਅਨ ਯੂਨੀਅਨ ਵਿੱਚ ਬਗੈਰ ਰੋਕ ਟੋਕ ਦੇ ਆਉਣ ਜਾਣ ਦੀ ਖੁੱਲ੍ਹ ਹੋਏਗੀ, ਕਿਉਂਕਿ ਇਹ ਸਰਟੀਫਿਕੇਟ ਇਸ ਗੱਲ ਦਾ ਸਬੂਤ ਹੋਏਗਾ ਕਿ ਉਹਨਾਂ ਨੇ ਵੈਕਸੀਨ ਲਵਾਇਆ ਹੋਇਆ ਹੈ, ਉਹ ਪੋਜ਼ਿਟਿਵ ਨਹੀਂ ਹਨ ਤੇ ਜੇ ਪਹਿਲਾਂ ਬਿਮਾਰ ਸਨ ਵੀ ਤਾਂ ਹੁਣ ਪੂਰੀ ਤਰ੍ਹਾਂ ਨਾਲ ਠੀਕ ਨੇ। ਲੰਘੇ ਸਾਲ ਅਮਰੀਕੀ ਰਾਜ ਮਿਨੇਸੋਟਾ ਦੇ ਸ਼ਹਿਰ ਮਿਨੀਐਪੋਲਿਸ ਵਿੱਚ ਗ੍ਰਿਫਤਾਰੀ ਦੌਰਾਨ ਮਾਰੇ ਗਏ ਬਲੈਕ ਅਮਰੀਕੀ ਜਾਰਜ ਫਲੋਇਡ ਦੇ ਕਤਲ ਦਾ ਮੁਕੱਦਮਾ ਸ਼ੁਰੂ ਹੋ ਚੁੱਕਿਆ ਹੈ। ਫਲੋਇਡ ਦੀ ਧੌਣ ਤੇ 9 ਮਿੰਟ 9 ਸੈਕਿੰਡ ਤੱਕ ਆਪਣਾ ਗੋਡਾ ਰੱਖ ਕੇ ਉਸ ਦੀ ਜਾਨ ਲੈਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਪੁਲਿਸ ਅਧਿਕਾਰੀ ਡੈਰਿਕ ਸ਼ੌਵਨ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਹੋਵੇ ਅਜਿਹਾ ਨਜ਼ਰ ਨਹੀਂ ਆਉਂਦਾ। ਉਸ ਦੇ ਵਕੀਲ ਦਾ ਕਹਿਣਾ ਹੈ ਕਿ ਫਲੋਇਡ ਦੀ ਮੌਤ ਉਸ ਦੇ ਕਲਾਇੰਟ ਦੇ ਗੋਡੇ ਨੇ ਨਹੀਂ ਲਈ। ਫਲੋਇਡ ਦੀ ਅੰਡਰਲਾਈਂਗ ਹੈਲਥ ਕੰਡੀਸ਼ਨ ਸੀ ਤੇ ਉਸ ਦੇ ਸਿਸਟਮ ਵਿੱਚ ਕਾਫੀ ਡਰੱਗਸ ਮੌਜੂਦ ਸਨ। ਇਸ ਸਾਰੀ ਘਟਨਾ ਦੇ ਕਈ ਚਸ਼ਮਦੀਦ ਟ੍ਰਾਇਲ ਵਿੱਚ ਗਵਾਹੀਆਂ ਦੇ ਰਹੇ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਆਫੀਸਰ ਸ਼ੌਵਨ ਨੇ ਚੋਕ ਹੋਲਡ ਬਣਾਈ ਹੋਈ ਸੀ ਤੇ ਅਜਿਹਾ ਉਸਨੇ ਕਈ ਵਾਰ ਕੀਤਾ। ਜਦੋਂ ਵੀ ਉਹ ਫਲੋਇਡ ਦੀ ਧੌਣ ਤੇ ਗੋਡੇ ਦਾ ਦਬਾਅ ਵਧਾਉਂਦਾ ਸੀ ਤਾਂ ਹਰ ਵਾਰ ਆਲੇ ਦੁਆਲੇ ਖੜੇ ਲੋਕ ਆਫੀਸਰ ਸ਼ੌਵਨ ਅੱਗੇ ਤਰਸ ਦੀ ਅਪੀਲ ਕਰਦੇ ਸਨ, ਪਰ ਉਸ ਉੱਪਰ ਕਿਸੇ ਦੀ ਚੀਖ ਪੁਕਾਰ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ। ਤੇ ਇਹ ਗੱਲ ਸਾਰੇ ਹੀ ਗਵਾਹਾਂ ਨੇ ਕਹੀ ਹੈ, ਜਿਨ੍ਹਾਂ ਵਿੱਚੋਂ ਇੱਕ ਮਾਰਸ਼ਲ ਆਰਟਸ ਦਾ ਚੰਗਾ ਜਾਣਕਾਰ ਵੀ ਹੈ ਜਿਸ ਨੂੰ ਚੋਕ ਹੋਲਡ ਦੀ ਪਛਾਣ ਹੈਗੀ ਹੈ। ਜਾਰਜ ਫਲੋਇਡ ਦੀ ਗਲਤੀ ਇਹ ਸੀ ਕਿ ਉਸਨੇ ਸਿਗਰਟਸ ਦੇ ਬਦਲੇ ਕਥਿਤ ਤੌਰ ਤੇ $20 ਦਾ ਇੱਕ ਜਾਲੀ ਬਿੱਲ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਕਲਰਕ ਨੂੰ ਸ਼ੱਕ ਪਿਆ ਤਾਂ ਉਸਨੇ ਮੈਨੇਜਰ ਨੂੰ ਦੱਸਿਆ। ਮੈਨੇਜਰ ਨੇ ਪੁਲਿਸ ਬੁਲਾਈ ਤੇ ਸਾਬਕਾ ਪੁਲਿਸ ਆਫੀਸਰ ਸ਼ੌਵਨ ਨੇ 9 ਮਿੰਟ 29 ਸੈਕਿੰਡ ਤੱਕ ਫਲੋਇਡ ਦੀ ਧੌਣ ਤੇ ਗੋਡਾ ਟਿਕਾ ਛੱਡਿਆ, ਜਿਸ ਦੌਰਾਨ ਫਲੋਇਡ ਨੇ 27 ਵਾਰ ਕਿਹਾ ਕਿ ਉਸਨੂੰ ਸਾਹ ਨਹੀਂ ਆ ਰਿਹਾ।
ਪਾਕਿਸਤਾਨ ਦੀ ਫੈਡਰਲ ਕੈਬਨਿਟ ਨੇ ਇਕਨੋਮਿਕ ਕੋਆਰਡੀਨੇਸ਼ਨ ਕਮੇਟੀ ਦੇ ਉਸ ਫੈਸਲੇ ਨੂੰ ਲਾਗੂ ਹੋਣ ਤੋਂ ਪਹਿਲਾਂ ਹੀ ਇਸ ਹਫ਼ਤੇ ਰੱਦ ਕਰ ਦਿੱਤਾ, ਜਿਸ ਵਿੱਚ ਇਕਨੋਮਿਕ ਕੋਆਰਡੀਨੇਸ਼ਨ ਕਮੇਟੀ ਨੇ ਪਾਕਿਸਤਾਨੀ ਪ੍ਰਾਈਵੇਟ ਸੈਕਟਰ ਨੂੰ ਭਾਰਤ ਤੋਂ ਕਪਾਹ ਅਤੇ ਚੀਨੀ ਦਾ ਇੰਪੋਰਟ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਸੀ। ਕੈਬਨਿਟ ਨੇ ਇਹ ਕਹਿ ਕੇ ਇਸ ਆਰਡਰ ਤੇ ਰੋਕ ਲਾ ਦਿੱਤੀ ਹੈ ਕਿ ਜਦੋਂ ਤੱਕ ਭਾਰਤ ਕਸ਼ਮੀਰ ਵਿੱਚ ਧਾਰਾ 370 ਮੁੜ ਲਾ ਕੇ ਕਸ਼ਮੀਰ ਖੇਤਰ ਦਾ ਸੈਮੀ ਆਟੋਨੋਮਸ ਸਟੇਟਸ ਮੁੜ ਬਹਾਲ ਨਹੀਂ ਕਰਦਾ, ਅਜਿਹਾ ਕੋਈ ਲੈਣ ਦੇਣ ਨਹੀਂ ਹੋ ਸਕਦਾ। ਪਾਕਿਸਤਾਨ ਦੀ ਮਿਨਿਸਟਰ ਆਫ ਹਿਊਮਨ ਰਾਈਟਸ ਸ਼ਰੀਨ ਮਜ਼ਾਰੀ ਨੇ ਟਵੀਟ ਕੀਤਾ ਹੈ ਕਿ ਭਾਰਤ ਨਾਲ ਉਦੋਂ ਤੱਕ ਕਿਸੇ ਕਿਸਮ ਦਾ ਵਪਾਰ ਨਹੀਂ ਹੋਏਗਾ ਜਦੋਂ ਤੱਕ ਭਾਰਤੀ ਕਸ਼ਮੀਰ ਵਿੱਚ ਲੋਕਾਂ ਦੇ ਮਨੁੱਖੀ ਹੱਕ ਖਤਰੇ ਵਿੱਚ ਨੇ। ਵਰਲਡ ਹੈਲਥ ਆਰਗੇਨਾਈਜੇਸ਼ਨ ਅਤੇ ਚੀਨ ਵੱਲੋਂ ਸਾਂਝੇ ਤੌਰ ਤੇ ਤਿਆਰ ਕੀਤੀ ਗਈ ਇੱਕ ਰਿਪੋਰਟ ਵਿੱਚ ਇਸ ਹਫ਼ਤੇ ਦਾਅਵਾ ਕੀਤਾ ਗਿਆ ਕਿ ਚੀਨ ਦੀ ਕਿਸੇ ਲੈਬ ਤੋਂ ਕੋਰੋਨਾ ਵਾਇਰਸ ਲੀਕ ਨਹੀਂ ਸੀ ਹੋਇਆ। ਇਹ ਵੁਹਾਨ ਦੀ ਵੈਟ ਮਾਰਕੀਟ ਦੇ ਚਮਗਿੱਦੜਾਂ ਤੋਂ ਵੀ ਸਿੱਧਾ ਇਨਸਾਨਾਂ ਤੱਕ ਨਹੀਂ ਪਹੁੰਚਿਆ, ਸਗੋਂ ਵੁਹਾਨ ਦੀ ਵੈਟ ਮਾਰਕੀਟ ਦੇ ਚਮਗਿੱਦੜਾਂ ਤੋਂ ਪਹਿਲਾਂ ਉੱਥੇ ਹੀ ਵੇਚੇ ਜਾਂਦੇ ਬੈਂਬੂ ਰੈਟਸ, ਫਰੋਜ਼ਨ ਹਿਰਨਾਂ ਜਾਂ ਫਿਰ ਜਿਉਂਦੇ ਵੇਚੇ ਜਾਂਦੇ ਮਗਰ ਮੱਛਾਂ ਰਾਹੀਂ ਇਨਸਾਨਾਂ ਤੱਕ ਪਹੁੰਚਿਆ ਹੋਏਗਾ। ਇਸ ਰਿਪੋਰਟ ਦੇ ਜਨਤਕ ਕੀਤੇ ਜਾਣ ਤੋਂ ਪਹਿਲਾਂ ਹੀ ਇਸ ਦੀ ਭਰੋਸੇਯੋਗਤਾ ਤੇ ਅਮਰੀਕਾ ਨੇ ਸਵਾਲੀਆ ਨਿਸ਼ਾਨ ਲਾ ਦਿੱਤੇ ਤੇ ਚੀਨ ਨੇ ਰਿਵਾਇਤ ਮੁਤਾਬਕ ਇਹਨਾਂ ਨੂੰ ਰੱਦ ਕਰ ਦਿੱਤਾ ਹੈ। ਇਹ ਸਨ ਇਸ ਹਫ਼ਤੇ ਦੀਆਂ ਕੁਝ ਵੱਡੀਆਂ ਕੌਮੀ ਤੇ ਕੌਮਾਂਤਰੀ ਖਬਰਾਂ। ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮਨਿੰਦਰ ਨੂੰ ਦਿਓ ਇਜਾਜ਼ਤ।